ਦਾਸ ਦੁਬਾਰਾ ਬੋਲੇਗਾ ਇਸ ਨੂੰ, ਇਸ ਸਲੋਗਨ ਨੂੰ। ਸਰਵ ਧਰਮਾਂ ਦਿਆ ਸਾਈਆਂ, ਤੈਂ ਨਹੀਂ ਸਾਨੂੰ ਤਿਆਗਿਆ ਏ, ਜੋ ਜੋ ਵੀ ਤੇਰੀ ਸ਼ਰਨ ਵਿੱਚ ਆਇਆ ਹੈ, ਤੇਰੀ ਤੂੰ ਹੀ ਫਲ ਪਾ ਗਿਆ ਏ। हे परमेश्वर तू मेरा पातशाह है, मेरिया जितां दा हुक्म कर ए, मेरे विरोधियां नू परां हटा के मेरा जिया सुखी कर ए। मैं अपने धनुख तलवार ते कदे भरोसा ना हाए, तैं ही मैनू विरोधियां तू बचाया, मैं तां तेरी रजा विच मरदा हाए। जद जद तेनू त्यागया है मैं अपने आप बेपत हो जांदा ਏ, ਆਪਣੇ ਕੀਤੇ ਹੋਏ ਕਰਮਾਂ ਕਰਕੇ ਆਪ ਹੀ ਮੈਂ ਪਛਤਾਂਦਾ ਹਾਂ ਏ। ਹੁਣ ਮੈਂ ਆਪਣਾ ਮਨ ਪਿਛਾ ਨਹੀਂ ਕਰਨਾ, ਪੈਰ ਤੇਰੇ ਮਾਰਗ ਤੋਂ ਮੋੜਨਾ ਨਹੀਂ। ਕਹੇ ਲਖਵਿੰਦਰ ਇੱਕ वार बख्श दे, त्याग कदे भी मन नाल जोड़ना नहीं। सर्व धर्मां दिया साइयां, सर्व धर्मां दिया साइयां, रू राणी अते तेरी उपमा दा बोले, तेरे तीर तिखे उमता हेठ डिगण, तेरा संघासन बिल्कुल बेडोले। तैं धर्म नाल प्रेम है कीता, वैर बदियां नाल रखदा ਏ। परमेश्वर दी खुशी तां खुशी है, ये तां खैर सब पासे बख्शदा ए। रू राणी पूरी सज तज के तेरे सज्जे हथ सामने खड़ी ए, ਧੀਏ ਸੁਣ ਤੈਂ ਆਪਣਾ ਲੋਕ ਭੁੱਲ, ਤੈਂ ਤਾਂ ਆਪਣੇ ਸੁਹਾਗ ਦੀ ਬਾਂਹ ਫੜੀ ਏ। ਪਾਤਸ਼ਾਹ ਤੇਰੇ ਸੁਹਾਪਣ ਤੇ ਖੁਸ਼, ਉਹ ਤੇਰਾ ਸੁਆਮੀ ਤੈਂ ਮੱਥਾ ਟੇਕੇ। ਰਾਜਕੁਮਾਰੀ ਸਰਾਸਰ तेजवंत है, ओदा लिबास सुनहरी सीधे दा एके। कुआरियां सहेलियां तेरे पिछे पिछे अपने आप चलदियां आणगियां ए। कहे लखविंदर राणी दे राते चल के अपनी अपनी मुक्ति पाण गया ए। सर्व धर्मां दिया साइयां, सर्व धर्मां दिया साइयां, तू साडी पनाह ते साडा बल ए। दुखां विच तू सहायक है साडा, हर मुसीबत विच साडे वल ए। अत
ਸਤਮਾਨ ਦੇ ਡੇਰਿਆਂ ਵਾਲਾ ਪਵਿੱਤਰ ਸਥਾਨ ਤੇ ਆਨੰਦ ਕਰਦਾ ਏ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੀ ਸਦਾ ਸਦਾ ਤੂੰ ਸਹਾਇਤਾ ਕਰਦਾ ਏ ਸ਼ਬਦ ਤੇਰੇ ਦੀ ਮਹਿਮਾ ਇਤਨੀ ਹੈ ਧਰਤੀ ਪੂਰੀ ਇਸ ਦੇ ਗੁਣ ਗਾਉਂਦੀ ਏ ਚੜ ਪਹਾੜਾਂ ਤੇ ਅਗਰ ਜਾਂਦਾ ਹੈ ਪੂਰੀ ਕੁਦਰਤ ਇਸ ਦੇ ਰਾਗ ਸੁਣਾਉਂਦੀ ਏ ਜੋ ਧਰਤੀ ਤੇ ਤਬਾਹੀ ਮਚਾਏ ਤੂੰ ਉਸ ਦਾ ਥੋ ਬਣਾ ਖਤਮ ਕਰਦਾ ਏ ਸਭ ਲੜਾਈਆਂ ਝਗੜੇ ਮੁਕਾ ਕੇ ਨੇਕ ਇਨਸਾਨ ਵਿੱਚ ਬਲ ਭਰਦਾ ਏ ਨੇਕ ਅਤੇ ਬੁੱਧਵਾਨ ਪੁਰਸ਼ ਹਮੇਸ਼ਾ ਤੇਰਾ ਹੀ ਗੁਣਗਾਨ ਕਰੇ ਕਹੇ ਲਖਵਿੰਦਰ ਪਨਾ ਤੇਰੀ ਲੈ ਕੇ ਤੇਰੇ ਸ਼ਬਦ ਰੂਪ ਦਾ ਸਨਮਾਨ ਕਰੇ ਸਰਵ ਧਰਮਾਂ ਦਿਆ ਸਾਈਆਂ ਮਸੀਹ ਨੂੰ ਪਿਆਰੀ ਸਾਧ ਸੰਗਤ ਦਾਸ ਜੋ ਰੂਹਾਂ ਆਪਣੇ ਪਤੀ ਪਰਮੇਸ਼ਰ ਨਾਲ ਪਿਆਰ ਕਰਦੀਆਂ ਹਨ ਉਹਨਾਂ ਲਈ ਇਸ ਸਲੋਗਨ ਥੱਲੇ ਬੋਲ ਰਿਹਾ ਸੀ ਕਿ ਰੂਹ ਜੋ ਹੈ ਜੋ ਰੂਹ ਦਾ ਮਿਲਾਪ ਰੱਬ ਨਾਲ ਹੋਣਾ ਹੈ ਤੋ ਪਵਿੱਤਰ ਬਾਈਬਲ ਦੇ ਵਿੱਚ ਰੋਮਨ ਦੇ 7ਵੇਂ ਅਧਿਆਇ ਵਿੱਚ ਮਤੀ 1-25 ਵਿੱਚ ਫਰਮਾ ਰਹੇ ਹਨ ਸਰਾ ਦਾ ਅਸਲੀ ਪ੍ਰਯੋਜਨ ਕੀ ਹੈ ਸੁਹਾਗਣ ਰੂਹਾਂ ਲਈ ਜੋ ਪਤੀ ਪਰਮੇਸ਼ਰ ਨਾਲ ਜੁੜੀਆਂ ਹੋਈਆਂ ਹਨ ਜੋ ਮਸੀਹ ਨੂੰ ਹਰ ਵਕਤ ਯਾਦ ਕਰਦੀਆਂ ਹਨ ਜੋ ਈਸ਼ਵਰ ਨੂੰ ਹਰ ਵਕਤ ਯਾਦ ਕਰਦੀਆਂ ਹਨ ਉਹਨਾਂ ਦੇ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਵਧੀਆ ਅੰਦਾਜ਼ ਦੇ ਵਿੱਚ ਇਹ ਪਵਿੱਤਰ ਬਾਈਬਲ ਸਾਨੂੰ ਜੀਵਾਂ ਨੂੰ ਸਮਝਾ ਰਹੀ ਹੈ ਤੋ ਮਤੀ 1-25 ਵਿੱਚ ਫਰਮਾ ਰਹੇ ਹਨ ਇੱਕ ਮਤੀ ਵਿੱਚ ਕਿਹਾ ਹੈ ਕਿ ਹੇ ਭਰਾਵੋ ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਬਈ ਜਿੰਨਾ ਚਿਰ ਮਨੁੱਖ ਜਿਉਂਦਾ ਹੈ ਉਹਨਾਂ ਚਿਰ ਸਰਾ ਉਸ ਉੱਤੇ ਵਸ ਰੱਖਦੀ ਹੈ ਕਿਉਂ ਜੋ ਮੈਂ ਉਹਨਾਂ ਨਾਲ ਬੋਲਦਾ ਹਾਂ ਜਿਹੜੇ ਸਰਾ ਤੋਂ ਵਾਕਿਫ ਹਨ do you know brethren that the law has dominion over a man as long as he lives for I speak to those who know the law ਦੂਸਰੀ ਮਤੀ ਵਿੱਚ ਕਹਿ ਰਹੇ ਹਨ ਸੁਹਾਗਣ ਜਦ ਤੀਕ ਉਸ ਦਾ ਭਰਤਾ ਭਾਵ ਪਤੀ ਜਿਉਂਦਾ ਹੈ ਸਰਾ ਦੇ ਅਨੁਸਾਰ ਉਸ ਦੇ ਬੰਧਨ ਵਿੱਚ ਰਹਿੰਦੀ ਹੈ ਪਰ ਜੋ ਜਦ ਭਰਤਾ ਮਰ ਜਾਏ ਤਾਂ ਉਹ ਭਰਤਾ ਦੀ ਸਰਾ ਤੋਂ ਸੁੱਟ ਗਈ ਹੈ ਜਦ ਪਤੀ ਮਰ ਜਾਏ ਤਾਂ ਉਹ ਪਤੀ ਦੀ ਸਰਾ ਤੋਂ ਸੁੱਟ ਗਈ ਹੈ for the woman who has a husband is bound by the law to her husband as long as he lives but if the husband dies she is released from the law of her husband ਇਸ ਲਈ ਜੋ ਉਹ ਆਪਣੇ ਭਰਤਾ ਦੇ ਜਿਉਂਦੇ ਜੀ ਦੂਏ ਦੀ ਹੋ ਜਾਏ ਤਾਂ ਜਾਨੀ ਸੁਧਾਏਗੀ ਪਰ ਜੇ ਉਸ ਦਾ ਭਰਤਾ ਮਰ ਜਾਏ ਤਾਂ ਉਹ ਸਰਾ ਤੋਂ ਸੁੱਟ ਗਈ ਹੈ ਤੇ
ਭਾਵੇਂ ਦੂਸਰੇ ਭਰਤਾ ਦੀ ਹੋ ਜਾਏ ਪਰ ਉਹ ਜਾਨੀ ਨਹੀਂ ਹੁੰਦੀ। So then if while her husband lives she marries another man, she will be called an adulteress. But her husband dies, she is free from that law, so that she is no adulteress through she is married another man. Though she is married another man. So ਮੇਰਿਓ ਭਰਾਵੋ, ਤੁਸੀਂ ਵੀ ਮਸੀਹ ਦੀ ਦੇਹੀ ਦੇ ਵਸੀਲੇ ਨਾਲ ਸਰਾ ਦੇ ਸਰਬੰਧੋਂ ਮਰ ਗਏ। ਬਈ ਤੁਸੀਂ ਦੂਸਰੇ ਦੇ ਹੋ ਜਾਓ, ਅਰਥਾਤ ਉਹਦੇ ਜੋ ਮੁਰਦਿਆਂ ਵਿੱਚੋਂ ਜਵਾਲਿਆ ਗਿਆ, ਤਾਂ ਜੋ ਅਸੀਂ ਪਰਮੇਸ਼ਰ ਦੇ ਲਈ ਫਲ ਦਈਏ। Therefore, my brethren, you also have become died to the law through the body of Christ, that you may be married to another, to him who was released from the dead, that we should bear fruit of God. ਜਦ ਅਸੀਂ ਸਰੀਰਕ ਸਾਂ ਤਦ ਪਾਪਾਂ ਦੀਆਂ ਕਾਮਨਾ ਜੋ ਸਰਾ ਦੇ ਕਾਰਨ ਸਨ ਸਾਡੇ ਅੰਗ ਸੰਗ ਵਿੱਚ ਪ੍ਰੇਰਨਾ ਕਰਦੀਆਂ ਸਨ ਬਈ ਮੌਤ ਦੇ ਲਈ ਫਲ ਦੇਣ। But in accordance with your hardness and your impenitent heart, you are treasuring up for yourself worth in the day of wrath and revelation of the righteous judgment of God. ਪਰ ਅਸੀਂ ਉਹਦੇ ਵੱਲੋਂ ਮਰ ਕੇ ਜਿਹਦੇ ਵਿੱਚ ਬੱਧੇ ਹੋਏ ਸਾਂ ਸਰਾ ਤੋਂ ਹੁਣ ਸੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ ਸੇਵਾ ਕਰਦੇ ਹਾਂ। But now we have been delivered from the law, having died to what we were held by, so that should serve in the newness of the Spirit and not in the oldness of the letter. ਬਸ ਅਸੀਂ ਕੀ ਆਖੀਏ ਕਿ ਸਰਾ ਪਾਪ ਹੈ? ਕਦੇ ਨਹੀਂ, ਸਗੋਂ ਸਰਾ ਤੋਂ ਬਿਨਾ ਮੈਂ ਪਾਪ ਨੂੰ ਨਾ ਪਛਾਣਦਾ। ਜੇ ਸਰਾ ਨਾ ਹੁੰਦੀ ਤੇ ਮੈਂ ਪਾਪ ਨੂੰ ਕਿੱਦਾਂ ਪਹਿਚਾਣਦਾ? ਕਿਉਂਕਿ ਜੇ ਸਰਾ ਨਾ ਕਹਿੰਦੀ ਬਈ ਲੋਭ ਨਾ ਕਰ, ਤਾਂ ਮੈਂ ਲੋਭ ਨੂੰ ਨਾ ਜਾਣਦਾ। What shall we say then? Is the law sin? What shall we say then? Is the law sin? Certainly not, on the contrary. I would not have known sin except through the law, for I would not have known covetousness unless the law had said, you shall not covet. ਪਰ ਪਾਪ ਨੇ ਦਾਉ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪ੍ਰਕਾਰ ਦਾ ਲੋਭ ਪੈਦਾ ਕੀਤਾ ਹੈ, ਕਿਉਂ ਜੋ ਸਰਾ ਦੇ ਬਾਝੋਂ ਪਾਪ ਮੁਕਦਾ ਹੈ। But sin taking opportunity by the commandment produced in me all manners of evil desire, for a part of the law sin was dead. ਔਰ ਮੈਂ ਅੱਗੇ ਸਰਾ ਦੇ ਬਾਝੋਂ ਜੁੰਦਾ ਸਾਂ, ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ। I was a live once without the law, but when the commandment come, sin received and I died. ਅਤੇ ਉਹ ਹੁਕਮਨਾਮਾ ਜੋ ਜੀਵਨ ਦੇ ਲਈ ਸੀ, ਉਹ ਮੇਰੇ ਲਈ ਮੌਤ ਦਾ ਕਾਰਨ ਦਿਖਾਈ ਦਿੱਤਾ।